ਜਲੰਧਰ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਪਰ ਲੋਕ ਜੋ ਨੇ ਉਹ ਪ੍ਰੀਕਾਸ਼ਨਸ ਘੱਟ ਲੈ ਰਹੇ ਨੇ, ਲੋਕ ਘੱਟ ਇਹਨਾਂ ਤੇ ਯਕੀਨ ਕਰ ਰਹੇ ਨੇ। ਪਰ ਇਸੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ TP ਸਿੰਘ ਹੋਣਾ ਦੇ ਨਾਲ, ਜੋ ਕਿ ਨੋਡਲ ਅਫਸਰ ਨੇ। ਇਹਨਾਂ ਤੋਂ ਜਾਣਦੇ ਹਾਂ ਕਿ ਕਰੋਨਾ ਦਾ ਪ੍ਰਭਾਵ ਕਿਸ ਤਰੀਕੇ ਦੇ ਨਾਲ ਜਲੰਧਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ ਤੇ ਕਿੱਦਾਂ ਮਾਮਲੇ ਜਿਹੜੇ ਨੇ ਵੱਧ ਰਹੇ ਨੇ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਥੈਂਕ ਯੂ। ਸਰ, ਪਹਿਲਾਂ ਇਹ ਦੱਸੋ ਤੁਸੀਂ ਕਿ ਜਲੰਧਰ ਸ਼ਹਿਰ ਵਿੱਚ ਜਿੱਦਾਂ ਕੋਵਿਡ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਦੀ ਗਿਣਤੀ ਲਗਾਤਾਰ ਫਿਰ ਵਧਣੀ ਸ਼ੁਰੂ ਹੋ ਗਈ ਆ ਇੱਕ ਵਾਰ ਤੋਂ। ਮੇਜਰ ਸਰ ਕਾਰਨ ਕੀ ਹੈ ਇਹਨਾਂ ਦਾ? ਦੇਖੋ, ਇਹ ਇੱਕ ਸਾਡੀ ਪੂਰੀ ਸਟੇਟ ਦੇ ਵਿੱਚ ਔਰ ਇੱਕ ਨੈਸ਼ਨਲ ਟ੍ਰੈਂਡ ਬਣਿਆ ਜਿਹੜੇ ਪਿਛਲੇ ਕੁਝ ਸਮੇਂ ਤੋਂ ਸਡਨਲੀ ਕੇਸਿਸ ਜਿਹੜੇ ਵੱਧ ਕੇ ਆਉਣੇ ਸ਼ੁਰੂ ਹੋ ਗਏ ਆ ਜੀ। ਕੁਛ ਅਸੀਂ ਸੈਂਪਲਿੰਗ ਲਾਈਕ ਪਿਛਲੇ ਦਿਨਾਂ ਜਦੋਂ ਤੋਂ ਸਕੂਲ ਖੁੱਲ੍ਹੇ ਆ ਸਾਨੂੰ ਕੁਛ ਕੇਸਿਸ ਉੱਥੋਂ ਰਿਪੋਰਟ ਹੋ ਰਹੀ। ਅਸੀਂ ਹੁਣ ਐਕਟਿਵਲੀ ਸਕੂਲਾਂ 'ਚ ਜਾ ਕੇ ਸੈਂਪਲਿੰਗ ਸਾਡੀਆਂ ਟੀਮਾਂ ਕਰ ਰਹੀਆਂ ਜੀ। ਜਿਵੇਂ ਜੇ ਕੱਲ੍ਹ ਦੀ ਗੱਲ ਕਰੀਏ, ਕੱਲ੍ਹ ਸਾਡੇ ਕੋਲ ਜਲੰਧਰ ਨਾਲ ਸੰਬੰਧਿਤ 108 ਪੋਜ਼ੀਟਿਵ ਕੇਸ ਸਾਨੂੰ ਮਿਲੇ ਸੀ, ਜਿਨ੍ਹਾਂ ਵਿੱਚੋਂ 30 ਤੋਂ ਵੱਧ ਜਿਹੜੇ ਲੋਕ ਸੀ ਉਹ ਸਕੂਲਾਂ ਨਾਲ ਰਿਲੇਟਡ ਸੀ ਜੀ। ਸੋ ਇਸ ਤਰ੍ਹਾਂ ਇੱਕ ਤਾਂ ਸੈਂਪਲਿੰਗ ਦੀ ਗੱਲ ਹੈ। ਦੂਜੀ ਗੱਲ ਜਿਹੜੀ ਬਾਰ-ਬਾਰ ਅਸੀਂ ਸ਼ੁਰੂ ਤੋਂ ਹੀ ਅਸੀਂ ਕਹਿ ਰਹੇ ਹਾਂ ਕਿ ਪ੍ਰੀਕਾਸ਼ਨਸ ਜਿਹੜੀਆਂ ਉਹ ਆਪਾਂ ਜਾਰੀ ਰੱਖਣੀਆਂ ਜੀ। ਉਹਦੇ ਤੋਂ ਅਸੀਂ ਇਹ ਵੇਸਲੇ ਨਹੀਂ ਹੋਣਾ। ਪਰ ਆਮ ਦੇਖਣ ਦੇ ਵਿੱਚ ਇਹੀ ਆ ਰਿਹਾ ਵੀ ਲੋਕੀ ਜਿਹੜੇ ਉਹ ਪ੍ਰੀਕਾਸ਼ਨਸ ਜਾਂ ਤਾਂ ਬਿਲਕੁਲ ਹੀ ਨਹੀਂ ਲੈ ਰਹੇ, ਜੇ ਲੈ ਰਹੇ ਤਾਂ ਪੂਰੀਆਂ ਨਹੀਂ ਲੈ ਰਹੀ। ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਹੋ ਰਹੀ। ਕੁਛ ਕਫ ਐਟੀਕੇਟਸ ਹੈ ਉਹਦੇ ਵੱਲ ਵੀ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਬਾਕੀ ਅਸੀਂ ਕਹਿੰਦੇ ਵੀ ਬਾਰ-ਬਾਰ ਆਪਣੇ ਹੱਥ ਸਾਫ਼ ਕਰੋ, ਆਵਾਗੋਨ ਕਿਸੇ ਚੀਜ਼ ਨੂੰ ਨਾ ਟੱਚ ਕਰੋ, ਅਨਨੈਸੈਸਰੀ ਸਰਫੇਸ 'ਤੇ ਕਿਤੇ ਹੱਥ ਨਾ ਲਾਵੋ। ਸੋ ਇਹ ਪ੍ਰੀਕਾਸ਼ਨਸ, ਇਹ ਤਾਂ ਗੋਲਡਨ ਰੂਲਸ ਆ ਜਿਹੜੇ ਸ਼ੁਰੂ ਤੋਂ ਚੱਲਦੇ ਰਹੇ ਨੇ ਅਤੇ ਇਹ ਚੱਲਣਗੇ। ਕਿਸੇ ਵੀ ਬਿਮਾਰੀ, ਕੋਈ ਵੀ ਕੰਟੈਜੀਅਸ ਡਿਜ਼ੀਜ਼ ਹੈ ਇਨਫੈਕਟਿਵ, ਉਹਨੂੰ ਕੰਟਰੋਲ ਕਰਨਾ ਸੇ ਗੋਲਡ ਸਟੈਂਡਰਡ ਨੇ। ਇਹਨਾਂ ਨੂੰ ਜੇ ਅਸੀਂ ਮੇਨਟੇਨ ਨਹੀਂ ਕਰਾਂਗੇ ਤਾਂ ਨਤੀਜਾ ਆਪਾਂ ਦੇਖ ਹੀ ਰਹੇ ਹਾਂ। ਇੱਕ ਵਾਰ ਫਿਰ ਕੇਸਿਸ ਜਿਹੜੇ ਵਧਣੇ ਸ਼ੁਰੂ ਹੋ ਗਏ ਨੇ। ਤਾਂ ਸਰ, ਹੁਣ ਤੱਕ ਜਲੰਧਰ ਸ਼ਹਿਰ ਦੇ ਵਿੱਚ ਟੋਟਲ ਕਰੋਨਾ ਦੇ ਕਿੰਨੇ ਕੁ ਕੇਸਿਸ ਨੇ? ਮੈਂ ਕੱਲ੍ਹ ਤੱਕ ਦੀ ਗੱਲ ਕਰਾਂਗਾ, ਅੱਜ ਦੀ ਰਿਪੋਰਟ ਅਸੀਂ ਵੇਟ ਕਰ ਰਹੇ ਹਾਂ। ਕੱਲ੍ਹ ਤੱਕ ਸਾਡੇ ਕੋਲ 21,697 ਕੇਸਿਸ ਜਿਹੜੇ ਜਲੰਧਰ ਨਾਲ ਸੰਬੰਧਿਤ ਪੋਜ਼ੀਟਿਵ ਸਾਨੂੰ ਰਿਪੋਰਟਾਂ ਆ ਚੁੱਕੀਆਂ। ਔਰ ਹੁਣ ਤੱਕ ਜਦੋਂ ਦਾ ਪਿਛਲੇ ਸਾਲ ਤੋਂ ਇਹ ਮਹਾਂਮਾਰੀ ਸ਼ੁਰੂ ਹੋਈ ਹੈ, ਅਸੀਂ 6,33,000 ਦੇ ਕਰੀਬ ਅਸੀਂ ਸੈਂਪਲਿੰਗ ਕਰ ਚੁੱਕੇ ਹਾਂ। ਤੋ 526 ਕੱਲ੍ਹ ਤੱਕ ਸਾਡੇ ਕੋਲ ਐਕਟਿਵ ਕੇਸਿਸ ਸੀ ਔਰ ਅਨਫੋਰਚੂਨੇਟਲੀ 705 ਸਾਡੇ ਜਲੰਧਰ ਨਾਲ ਸੰਬੰਧਿਤ ਮੌਤਾਂ ਵੀ ਰਿਪੋਰਟ ਹੋਈਆਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ। ਜੀ ਸਰ, ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਕਰੋਨਾ ਦੀ ਵੈਕਸੀਨ ਆ ਗਈ ਹੈ, ਵੈਕਸੀਨੇਸ਼ਨ ਹੋਣੀ ਸ਼ੁਰੂ ਹੋ ਗਈ ਹੈ ਅਤੇ ਕਰੋਨਾ ਖਤਮ ਹੋਣਾ ਸ਼ੁਰੂ ਹੋ ਗਿਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਵੈਕਸੀਨੇਸ਼ਨ ਤਾਂ ਹਾਲੇ ਰੀਸੈਂਟਲੀ ਅਸੀਂ ਸ਼ੁਰੂ ਕੀਤੀ ਹੈ। ਵੈਕਸੀਨੇਸ਼ਨ ਦਾ ਮਤਲਬ ਇਹ ਨਹੀਂ ਹੈ ਵੀ ਬਿਮਾਰੀ ਜਿਹੜੀ ਕੰਟਰੋਲ ਹੋ ਗਈ ਹੈ ਤਾਂ ਵੈਕਸੀਨ ਲਾ ਰਹੇ ਹਾਂ। ਵੈਕਸੀਨ ਅਸੀਂ ਉਦੋਂ ਹੀ ਸ਼ੁਰੂ ਕਰਦੇ ਹਾਂ ਜਦੋਂ ਕਿਸੇ ਮਹਾਂਮਾਰੀ ਨੂੰ ਅਸੀਂ ਕੰਟਰੋਲ ਕਰਨਾ ਹੁੰਦਾ। ਇਹਦਾ ਮਤਲਬ ਮਹਾਂਮਾਰੀ ਜਿਹੜੀ ਸੁਸਾਇਟੀ ਦੇ ਵਿੱਚ ਸਾਡੀ ਜਿਹੜੀ ਇਹ ਪਰਸਿਸਟ ਕਰ ਰਹੀ ਹੈ, ਕਮਿਊਨਿਟੀ ਦੇ ਵਿੱਚ ਇਹ ਇਨਫੈਕਸ਼ਨ ਹੈਗੀ ਹੈ, ਉਹਦੇ ਕੰਟਰੋਲ ਵਾਸਤੇ ਹੀ ਅਸੀਂ ਵੈਕਸੀਨੇਸ਼ਨ ਸ਼ੁਰੂ ਕੀਤੀ ਹੈ। ਸੋ ਵੈਕਸੀਨੇਸ਼ਨ ਤਾਂ ਹੀ ਇਫੈਕਟਿਵ ਰਹੇਗੀ ਜੇ ਨਾਲ ਅਸੀਂ ਪ੍ਰੀਕਾਸ਼ਨਸ ਵੀ ਲੈਂਦੇ ਰਹਾਂਗੇ। ਜੇ ਅੱਜ ਅਸੀਂ ਕਹੀਏ ਵੀ ਮੈਂ ਅੱਜ ਟੀਕਾ ਲਵਾ ਲਿਆ ਅਤੇ ਹੁਣ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ, ਪਹਿਲੀ ਗੱਲ ਤਾਂ ਵੈਕਸੀਨ ਦਾ ਪ੍ਰਭਾਵ ਆਉਣ ਨੂੰ 6 ਹਫ਼ਤੇ ਤੱਕ ਲੱਗਦੇ ਨੇ ਇਮਿਊਨਿਟੀ ਡਿਵੈਲਪ ਹੋਣ ਨੂੰ। ਸੋ ਉਹਨਾਂ ਸਮਾਂ ਤਾਂ ਅਸੀਂ ਕਰਨੀ ਪ੍ਰੀਕਾਸ਼ਨਸ ਲੈਣੀਆਂ। ਉਸ ਤੋਂ ਬਾਅਦ ਵੀ ਅਸੀਂ ਪ੍ਰੀਕਾਸ਼ਨਸ ਲੈਣੀਆਂ, ਕਿਉਂਕਿ ਦੇਖਣ 'ਚ ਇਹ ਹੈ ਵੈਕਸੀਨ ਦੇ ਨਾਲ ਜਿਹੜੀ ਉਹਦੀ ਐਫੀਕੇਸੀ ਹੈ ਉਹ 100% ਆਪਾਂ ਕਹਿੰਦੇ ਹਾਂ ਵੀ ਉਹਦੇ ਨਾਲ ਡੈਥਸ ਜਾਂ ਜਿਹੜੀ ਸਿਵਿਰਿਟੀ ਹੈ ਡਿਜ਼ੀਜ਼ ਦੀ ਜਿਹੜੀ ਉਹ 'ਤੇ ਬਹੁਤ ਫਰਕ ਪੈ ਰਿਹਾ। ਜਦ ਕਿ ਕਈ ਵਾਰ ਲੋਕ ਕਹਿੰਦੇ ਨੇ ਵੀ ਵੈਕਸੀਨੇਸ਼ਨ ਤੋਂ ਬਾਅਦ ਵੀ ਕੇਸਿਸ ਰਿਪੋਰਟ ਹੋ ਰਹੇ ਨੇ। ਇਸ ਇੱਕ ਗਰੁੱਪ ਵਾਈਜ਼ ਅਸੀਂ ਇਹਦੀ ਐਫੀਕੇਸੀ ਕੈਲਕੂਲੇਟ ਕੀਤੀ ਗਈ ਹੈ ਜਾਂ ਹੁਣ ਦੇਖਿਆ ਜਾ ਰਿਹਾ। ਹੋ ਸਕਦਾ ਵੈਕਸੀਨੇਸ਼ਨ ਦੇ ਕੁਝ ਸਮੇਂ ਬਾਅਦ ਕਈ ਵਾਰ ਰਿਪੋਰਟ ਹੁੰਦੀ ਹੈ ਵੀ ਪੋਜ਼ੀਟਿਵ ਆ ਗਿਆ। ਕਈ ਵਾਰ ਕੀ ਹੁੰਦਾ, ਉਹ ਇਨਕੂਬੇਸ਼ਨ ਪੀਰੀਅਡ ਦੇ ਵਿੱਚ ਹੁੰਦਾ, ਵੈਕਸੀਨ ਲੱਗਣ ਤੋਂ ਪਹਿਲਾਂ ਹੀ ਇਨਫੈਕਟਡ ਹੁੰਦਾ ਮਰੀਜ਼, ਅਤੇ ਵੈਕਸੀਨ ਤੋਂ ਬਾਅਦ 2-4 ਦਿਨ ਬਾਅਦ ਜਦੋਂ ਟੈਸਟ ਕਰਵਾਉਂਦਾ ਤਾਂ ਪੋਜ਼ੀਟਿਵ ਆ ਜਾਂਦਾ ਹੈ। ਪਰ ਇਹ ਗੱਲ ਤਾਂ ਪੱਕੀ ਹੈ ਵੀ ਵੈਕਸੀਨੇਸ਼ਨ ਤੋਂ ਬਾਅਦ ਮੌਤ ਦਰ 'ਤੇ ਬਹੁਤ ਫਰਕ ਪਏਗਾ ਅਤੇ ਜਿਹੜੀ ਭਿਆਨਕਤਾ ਹੈ ਜਾਂ ਸਿਵਿਰਿਟੀ ਹੈ ਬਿਮਾਰੀ ਉਹ ਬਹੁਤ ਘੱਟ ਜਾਏਗੀ।
ਤੇ ਸਰ ਆਪਾਂ ਗੱਲ ਕਰ ਲਈਏ ਵੈਕਸੀਨੇਸ਼ਨ ਦੀ, ਤਾਂ ਹੁਣ ਤੱਕ ਕਿੰਨੇ ਕੁ ਲੋਕ ਜਿਹੜੇ ਆ ਆਪਣੀ ਵੈਕਸੀਨ ਲਗਵਾ ਚੁੱਕੇ ਹੈਗੇ? ਉਹ ਸਭ ਤੋਂ ਪਹਿਲਾਂ ਇਹ ਫੇਸਡ ਮੈਨਰ 'ਚ ਸ਼ੁਰੂ ਹੋਈ ਹੈ। ਪਹਿਲਾਂ ਜਿਹੜੇ ਫਰੰਟਲਾਈਨ ਵਰਕਰ ਹੈ, ਜਿਨ੍ਹਾਂ ਵਿੱਚ ਪੈਰਾਮੈਡੀਕਲ ਮੈਡੀਕਲ ਸਟਾਫ ਸੀ, ਜੀ ਉਸ ਤੋਂ ਬਾਅਦ ਡਿਫੈਂਸ ਪਰਸਨਲ ਜਿਹੜੇ ਹੈ, ਅਤੇ ਹੁਣ ਅੱਜ ਤੋਂ 1 ਮਾਰਚ ਤੋਂ 60 ਸਾਲ ਤੋਂ ਉੱਤੇ ਜਿਹੜੀ ਸਾਡੀ ਪਬਲਿਕ ਹੈ, ਲੋਕ ਨੇ, ਉਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਉਹ ਆਪ ਹੀ ਰਜਿਸਟਰ ਹੋ ਸਕਦੇ ਨੇ ਬਿਲਕੁਲ ਸਾਈਟ ਦੇ ਉੱਤੇ ਜਾ ਕੇ, ਅਤੇ ਆਪਣਾ ਸੈਂਟਰ ਵੀ ਚੂਜ਼ ਕਰ ਸਕਦੇ ਨੇ। ਪ੍ਰਾਈਵੇਟ ਸੈਟਅਪ ਦੇ ਵਿੱਚ 250 ਰੁਪਇਆ ਪਰ ਡੋਜ਼ ਚਾਰਜ ਕੀਤਾ ਜਾਏਗਾ, ਜੀ ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਵੈਕਸੀਨੇਸ਼ਨ ਹੋਏਗੀ। ਜੀ ਅਤੇ ਲੋਕਾਂ ਦੇ ਮਨ ਦੇ ਵਿੱਚ ਭਰਮ ਹੈ ਕਿ ਵੈਕਸੀਨੇਸ਼ਨ ਵੀ ਕਿਸੇ ਸਰਕਾਰੀ ਹਸਪਤਾਲ 'ਚ ਜਾ ਕੇ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਕਰਵਾਉਣੀ ਪਏਗੀ। ਨਹੀਂ, ਇਹੋ ਜਿਹਾ ਨਹੀਂ ਹੈ। ਕੋਈ ਵੀ ਬੰਦਾ ਆਪਣੇ ਟੈਲੀਫੋਨ 'ਤੇ, ਆਪਣੇ ਮੋਬਾਈਲ ਸਮਾਰਟਫੋਨ 'ਤੇ ਆਪ ਹੀ ਰਜਿਸਟਰ ਹੋ ਸਕਦਾ ਹੈ। ਸਰ, ਉਹ ਕਿਵੇਂ ਰਜਿਸਟਰ ਕਰ ਸਕਦਾ? ਸਾਈਟ ਪੂਰੀ ਦੱਸ ਦਿਓ ਇੱਕ ਵਾਰ ਸਾਡੇ ਦਰਸ਼ਕਾਂ ਨੂੰ। ਰਜਿਸਟ੍ਰੇਸ਼ਨ ਦੀ ਸਾਈਟ ਹੈ ਜੀ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਕੋਵਿਡ, ਇੱਕ ਮਿੰਟ ਮੈਂ ਤੁਹਾਨੂੰ, ਇਹ ਹੈ ਜੀ COVID-19 ਵੈਕਸੀਨੇਸ਼ਨ ਵਾਸਤੇ ਕੋਵਿਨ 2.0 ਪੋਰਟਲ ਹੈ ਜੀ। ਇਹਦੇ ਵਿੱਚ ਅੱਜ 9 ਵਜੇ ਔਨਵਰਡਸ ਜਿਹੜੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜੇ ਤੁਸੀਂ ਫੋਕਸ ਕਰਨਾ ਚਾਹੋ ਜੀ ਤਾਂ ਇਹ ਸਾਡੀਆਂ ਜਿਹੜੇ ਲਿੰਕ ਨੇ, ਇਸ ਲਿੰਕ 'ਤੇ ਫੋਕਸ ਕਰ ਸਕਦੇ ਹੋ ਤੁਸੀਂ। ਜੀ ਤੋ ਇਸ ਲਿੰਕ 'ਤੇ ਜਾ ਕੇ ਅਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਾਂ, ਜੀ ਬਿਲਕੁਲ ਜੇ ਕੈਮਰਾਮੈਨ ਦੇਖ ਪਾ ਰਿਹਾ ਇਹਨੂੰ। ਜੀ ਤੋ ਇਨੀਸ਼ੀਅਲੀ ਕੁਝ ਪ੍ਰੋਬਲਮਸ ਰਿਪੋਰਟ ਹੋ ਰਹੀਆਂ ਸਾਨੂੰ ਅੱਜ, ਜੀ ਕਿਉਂਕਿ ਅੱਜ ਹੀ ਇਹ ਸਾਈਟ ਖੁੱਲ੍ਹੀ ਹੈ। ਸਡਨਲੀ ਬਹੁਤ ਜ਼ਿਆਦਾ ਰਸ਼ ਹੋ ਗਿਆ ਸਾਈਟ 'ਤੇ, ਅਤੇ ਹੈਂਗ ਵੀ ਹੋ ਰਹੀ ਹੋਏਗੀ। ਇਹ ਤਾਂ ਬੜੀ ਇੱਕ ਆਮ ਕਾਮਨ ਗੱਲ ਹੈ, ਪਰ ਘਬਰਾਉਣ ਦੀ ਲੋੜ ਨਹੀਂ। ਇਹ ਹਾਲੇ ਚੱਲਦੀ ਰਹਿਣੀ ਹੈ ਰਜਿਸਟ੍ਰੇਸ਼ਨ। ਜੀ ਸੋ ਇੱਕਦਮ ਸਾਨੂੰ ਰਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਜੀ ਸਮੇਂ ਦੇ ਨਾਲ ਇੱਕਦਮ ਰਸ਼ ਕਰਾਂਗੇ ਤਾਂ ਫਿਰ ਸਾਨੂੰ ਰਜਿਸਟ੍ਰੇਸ਼ਨ 'ਚ ਪ੍ਰੋਬਲਮ ਆਏਗੀ, ਬਿਲਕੁਲ ਜਿਹੜੀ ਹੁਣ ਸਾਨੂੰ ਕੁਝ ਥਾਵਾਂ ਤੋਂ ਰਿਪੋਰਟ ਵੀ ਹੋ ਰਹੀ ਹੈ। ਜੀ ਆਰਾਮ ਦੇ ਨਾਲ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਕਰਵਾ ਕੇ ਉੱਥੇ ਵੀ ਉਹਨਾਂ ਨੂੰ ਮੈਸੇਜ ਵੀ ਆਏਗਾ ਇਹ ਕਿੱਥੇ ਕਰਵਾਉਣੀ ਹੈ। ਜੇ ਉਹ ਪ੍ਰਾਈਵੇਟ ਹਸਪੀਟਲ ਚੂਜ਼ ਕਰਦੇ ਆ, ਜਦ ਤੱਕ ਉਹਨਾਂ ਦਾ ਸੈਸ਼ਨ ਦਾ ਟਾਰਗੇਟ ਪੂਰਾ ਨਹੀਂ ਹੋ ਜਾਂਦਾ, ਤਦ ਤੱਕ ਤਾਂ ਉੱਥੇ ਤੁਹਾਡਾ ਰਜਿਸਟ੍ਰੇਸ਼ਨ ਉੱਥੇ ਹੋ ਕੇ ਤੁਹਾਨੂੰ ਮੈਸੇਜ ਮਿਲ ਜਾਏਗਾ। ਜੇ ਉਹ ਸਪੋਜ਼ 100 ਦਾ ਸੈਸ਼ਨ ਟਾਰਗੇਟ ਆ ਉਹਨਾਂ ਦਾ, ਜੇ ਉਹ ਇੱਕ ਪਰਟੀਕੂਲਰ ਹਸਪਤਾਲ 'ਚ ਅਚੀਵ ਹੋ ਜਾਂਦਾ ਹੈ, ਤਾਂ ਉਹ ਨੈਕਸਟ ਈਅਰ ਤੁਸੀਂ ਉਸ ਪਰਟੀਕੂਲਰ ਹਸਪੀਟਲ ਦੇ ਵਿੱਚ ਜਾ ਕੇ ਆਪਣਾ ਆਪ ਨੂੰ ਰਜਿਸਟਰ ਕਰਾ ਕੇ ਵੈਕਸੀਨੇਸ਼ਨ ਕਰਵਾ ਸਕਦੇ ਹੋ। ਜੀ ਰਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਜੀ ਪਬਲਿਕ ਦੇ ਵਿੱਚ ਸਰ ਇੱਕ ਆਮ ਜਿਹੜਾ ਖਦਸ਼ਾ ਆਪਾਂ ਕਹਿ ਸਕਦੇ ਹਾਂ ਵੈਕਸੀਨੇਸ਼ਨ ਨੂੰ ਲੈ ਕੇ ਹੈਗਾ ਕਿ ਆਫਟਰ ਵੈਕਸੀਨ ਉਹ ਸੋਚਦੇ ਨੇ ਸਾਨੂੰ ਕੁਝ ਪ੍ਰੋਬਲਮਸ ਵੀ ਆ ਸਕਦੀਆਂ ਨੇ, ਇਹਨਾਂ ਕਰਕੇ ਲੋਕ ਥੋੜ੍ਹਾ ਡਰ ਵੀ ਰਹੇ ਨੇ। ਅਤੇ ਬੀਇੰਗ ਅ ਡਾਕਟਰ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਦੇਖੋ ਜੀ, ਹੁਣ ਤੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਵੈਕਸੀਨੇਸ਼ਨ ਹੁੰਦੇ ਹੋਇਆ। ਜੀ ਸਾਡੇ ਜਲੰਧਰ ਦੇ ਵਿੱਚ ਹਾਲੇ ਤੱਕ ਕੋਈ ਵੀ ਸੀਰੀਅਸ ਸਾਈਡ ਇਫੈਕਟ ਰਿਪੋਰਟ ਨਹੀਂ ਹੋਇਆ। ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੈਕਸੀਨ ਲੱਗ ਚੁੱਕੇ ਨੇ। ਜਿਹਨਾਂ ਮੈਂ ਆਪ ਵੀ ਵੈਕਸੀਨ ਬਲਕਿ ਬੂਸਟਰ ਡੋਜ਼ ਵੀ ਮਿਲਵਾਇਆ। ਹਾਂ, ਕੁਛ ਥੋੜ੍ਹੇ ਜਿਹੇ ਸਾਈਡ ਇਫੈਕਟ ਕਹਿ ਲਾਓਗੇ ਜਾਂ ਕਾਮਨ ਜਿਹੜੀ ਚੀਜ਼ਾਂ ਫੀਲ ਕਰਦਾ ਹੈ, ਪੇਨ ਜਿਹੜੀ ਵੈਕਸੀਨੇਸ਼ਨ ਸਾਈਟ 'ਤੇ, ਉਹ ਡਿਸਕੰਫਰਟ ਕਾਈਂਡ ਆਫ ਥਿੰਗ, ਨਾਟ ਬਹੁਤ ਸਵੀਅਰ ਪੇਨ ਨਹੀਂ। ਡਿਸਕੰਫਰਟ ਹੋ ਸਕਦਾ, ਬੋਡੀ ਏਕਸ ਹੋ ਸਕਦੀਆਂ, ਹਲਕਾ ਬੁਖਾਰ ਹੋ ਸਕਦਾ। ਇਹ ਕਿਸੇ ਵੀ ਵੈਕਸੀਨ ਤੋਂ ਬਾਅਦ ਉਹ ਲਾਜ਼ਮੀ ਚਾਂਸਸ ਹੁੰਦੇ ਆ। ਲਾਜ਼ਮੀ ਨਹੀਂ ਕਹਾਂਗੇ, ਜ਼ਰੂਰੀ ਨਹੀਂ ਸਾਰਿਆਂ ਨੂੰ ਹੋਣਗੇ, ਬਟ ਕੋਈ ਵੀ ਅਸੀਂ ਬੱਚਿਆਂ ਦੇ ਵੀ ਟੀਕੇ ਲਵਾਉਂਦੇ ਹਾਂ, ਅਤੇ ਉਦੋਂ ਵੀ ਅਸੀਂ ਨਾਲ ਕਹਿੰਦੇ ਹਾਂ ਵੀ ਪੈਰਾਸਟਾਮੋਲ ਦੀ ਗੋਲੀ ਜਾਂ ਪੈਰਾਸਟਾਮੋਲ ਦਾ ਸਿਰਪ ਦੇ ਦਿਓ। ਇਸੇ ਕਰਕੇ ਵੀ ਬੁਖਾਰ ਵੀ ਕਈ ਵਾਰ ਹੁੰਦਾ ਹੈ ਅਤੇ ਪੇਨ ਵੀ ਉੱਥੇ ਰਿਪੋਰਟਡ ਹੈ। ਸੋ ਇਸੇ ਤਰ੍ਹਾਂ ਇਹਦੇ ਨਾਲ ਵੀ ਇਹੀ ਹੈ, ਥੋੜ੍ਹੀ ਹੱਡਪਨ ਵੀ ਬੰਦਾ ਕਈ ਵਾਰ ਫੀਲ ਕਰਦਾ, ਹਲਕਾ ਫੀਵਰ ਹੋ ਸਕਦਾ, ਅਤੇ ਵੈਕਸੀਨ ਸਾਈਡ 'ਤੇ ਪੈਣਾ। ਇਸ ਤੋਂ ਇਲਾਵਾ ਕੋਈ ਸੀਰੀਅਸ ਪ੍ਰੋਬਲਮ ਜਿਹੜੀ ਹਾਲੇ ਤੱਕ ਜਲੰਧਰ ਦੇ ਵਿੱਚ ਜਾਂ ਕਿਤੇ ਵੀ ਪੰਜਾਬ ਦੇ ਵਿੱਚ ਰਿਪੋਰਟਡ ਨਹੀਂ ਹੈ। ਸਕੂਲੀ ਬੱਚਿਆਂ ਦੇ ਲਈ ਕੋਈ ਮੈਸੇਜ, ਕੋਈ ਖਾਸ ਟਿਪਸ ਤੁਸੀਂ ਦੇਣਾ ਚਾਹੁੰਦੇ ਹੋ? ਕਿਉਂਕਿ ਸਕੂਲ ਬੱਚਿਆਂ ਦੇ ਵਿੱਚ ਵੀ ਕਾਫੀ ਡਿਟੈਕਟ ਕੀਤਾ ਜਾ ਰਿਹਾ ਕਿ ਉਹ ਵੀ ਕੋਵਿਡ ਦੇ ਪੇਸ਼ੈਂਟ ਬਣ ਰਹੇ ਨੇ। ਜੀ ਹਾਂ, ਬਿਲਕੁਲ। ਜਦੋਂ ਦੇ ਸਕੂਲ ਦੁਬਾਰਾ ਖੁੱਲ੍ਹੇ ਨੇ, ਸਾਡੇ ਕੋਲ ਕੁਛ ਰਿਪੋਰਟਾਂ ਮਿਲੀਆਂ ਸਨ ਵੀ ਪ੍ਰਾਈਵੇਟ ਕਿਸੇ ਟੀਚਰ ਨੇ ਜਾਂ ਕਿਸੇ ਸਟਾਫ ਨੇ ਕਰਵਾਏ। ਉਸ ਤੋਂ ਬਾਅਦ ਹੁਣ ਐਕਟਿਵਲੀ ਸਾਡੇ ਟੀਮਾਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਔਰ ਉੱਥੇ ਜਿਹੜੀ ਫੈਕਲਟੀ ਹੈ, ਸਟਾਫ ਹੈ, ਉਹਨਾਂ ਦੇ
ਅਸੀਂ ਸੈਂਪਲਿੰਗ ਕਰ ਰਹੇ ਹਾਂ। ਕੱਲ੍ਹ ਵੀ ਸਾਡੇ 108 ਦੇ ਵਿੱਚੋਂ ਆਲਮੋਸਟ 30 ਪਲੱਸ ਜਿਹੜੇ ਨੇ ਉਹ ਸਕੂਲਾਂ ਨਾਲ ਰਿਲੇਟਡ ਸੀ, ਬੱਚੇ ਸੀ ਜ਼ਿਆਦਾ ਉਹਨਾਂ ਵਿੱਚੋਂ, ਨਾਲ ਸਟਾਫ ਮੈਂਬਰ ਵੀ ਸੀ। ਸੋ ਸਲਾਹ ਤਾਂ ਇਹੀ ਦਿਆਂਗੇ, ਜਨਰਲ ਪ੍ਰੀਕਾਸ਼ਨ ਜਿਹੜੀਆਂ ਉਹਨਾਂ ਦਾ ਜਿਹੜਾ ਬੈਠਣ ਦਾ ਤਰੀਕਾਕਾਰ ਹੈ ਉਹ ਇੱਕ ਮਿਨੀਮਮ ਫਾਸਲਾ ਜਿਹੜਾ ਰੱਖਣਾ ਜ਼ਰੂਰੀ ਹੈ ਉਹ ਰੱਖਿਆ ਜਾਵੇ। ਮਾਸਕ ਜ਼ਰੂਰ ਪਹਿਨੇ ਜਾਣ, ਮੋਨੀਟਰਿੰਗ ਕੀਤੀ ਜਾਵੇ ਸਕੂਲ ਦੇ ਵਿੱਚ ਆਉਣ ਲੱਗਿਆ ਵਿਦਿਆਰਥੀਆਂ ਦੀ, ਅਤੇ ਸਟਾਫ ਮੈਂਬਰਸ ਦੀ ਮੋਨੀਟਰਿੰਗ ਤੋਂ ਭਾਵ ਹੈ ਉਹਨਾਂ ਦਾ ਟੈਂਪਰੇਚਰ ਮੈਜ਼ਰ ਕਰਨਾ ਚਾਹੀਦਾ। ਜੇ ਕੋਈ ਸਿੰਪਟੋਮੈਟਿਕ ਹੈ, ਕਿਸੇ ਦਾ ਗਲਾ ਖਰਾਬ ਹੈ ਜਾਂ ਕਿਸੇ ਤਰ੍ਹਾਂ ਦੀ ਅਲਾਮਤ ਇਹਦੇ ਨਾਲ ਸੰਬੰਧਿਤ ਹੈ ਤਾਂ ਉਹਨੂੰ ਡਿਸਕਰੇਜ ਕਰਨਾ ਚਾਹੀਦਾ, ਉਹਨੂੰ ਅਟੈਂਡ ਨਹੀਂ ਕਰਵਾਉਣਾ ਚਾਹੀਦਾ ਸਕੂਲ। ਸੋ ਇਹ ਬੇਸਿਕ ਚੀਜ਼ਾਂ ਜਦੋਂ ਅਸੀਂ ਇਹਨਾਂ ਦਾ ਧਿਆਨ ਰੱਖਾਂਗੇ, ਬਲਕਿ ਇਹ ਮੌਕਾ ਹੈ ਜਿੰਨੀ ਦੇਰ ਸਕੂਲ ਖੁੱਲ੍ਹੇ ਨੇ ਅਸੀਂ ਬੱਚਿਆਂ ਨੂੰ ਜਦੋਂ ਇਹਦੇ ਬਾਰੇ ਸਮਝਾਵਾਂਗੇ ਤਾਂ ਬੱਚੇ ਬਹੁਤ ਇੱਕ ਵਧੀਆ ਸਾਡਾ ਡਿਸੈਮੀਨੇਸ਼ਨ ਦਾ ਤਰੀਕਾ ਹੁੰਦੇ ਹੈ ਜੋ ਅਸੀਂ ਇਨਫੋਰਮੇਸ਼ਨ ਸੁਸਾਇਟੀ ਵਿੱਚ ਸਪਰੈਡ ਕਰਨਾ ਚਾਹੁੰਦੇ ਹਾਂ। ਮੇਰੇ ਖਿਆਲ ਬੱਚੇ ਉਹਦਾ ਬਹੁਤ ਇੱਕ ਵਧੀਆ ਸਾਡਾ ਇੱਕ ਤਰੀਕਾਕਾਰ ਹੈ, ਕਿਉਂਕਿ ਬੱਚੇ ਇੱਕ ਬੱਚੇ ਨੂੰ ਦੱਸਾਂਗੇ ਤਾਂ ਉਹ ਸ਼ੌਕ ਦੇ ਨਾਲ ਵੀ ਔਰ ਜ਼ਿੰਮੇਵਾਰੀ ਨਾਲ ਸ਼ਾਇਦ ਆਪਣੇ ਘਰ ਜਾ ਕੇ ਤਾਂ ਦੱਸੇਗਾ ਹੀ ਦੱਸੇਗਾ, ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਮੈਨੂੰ ਸਕੂਲ ਦੇ ਵਿੱਚ ਆਹ ਪ੍ਰੀਕਾਸ਼ਨਸ ਲੈਣ ਬਾਰੇ ਦੱਸਿਆ ਗਿਆ। ਸੋ ਇਸ ਮੌਕੇ ਦਾ ਵੀ ਫਾਇਦਾ ਉਠਾਈਏ। ਜਨਰਲ ਪ੍ਰੀਕਾਸ਼ਨਸ ਉਹੀ ਹੈ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ, ਮਾਸਕ ਪਾ ਕੇ ਰੱਖਣਾ ਹੈ, ਹੱਥ ਸਾਫ਼ ਕਰਨੇ ਹੈ, ਕਫ ਐਟੀਕੇਟਸ ਯੂਜ਼ ਕਰਨੇ ਹੈ, ਥਾਂ ਥਾਂ ਥੁੱਕਣਾ ਨਹੀਂ ਹੈ, ਪਬਲਿਕ ਪਲੇਸਿਸ 'ਤੇ ਥੁੱਕਣਾ ਨਹੀਂ ਬਿਲਕੁਲ ਵੀ। ਇਹ ਇੱਕ ਸਾਨੂੰ ਆਪਣੇ ਜੀਵਨ ਸ਼ੈਲੀ ਦਾ ਇੱਕ ਤਰੀਕਾਕਾਰ ਬਣਾਉਣਾ ਪਏਗਾ, ਔਰ ਜ਼ਰੂਰੀ ਨਹੀਂ ਕੋਵਿਡ ਵਾਸਤੇ ਵੀ, ਕਿਸੇ ਵੀ ਤਰ੍ਹਾਂ ਦੀ ਇਹਦੇ ਨਾਲ ਰਿਲੇਟਡ ਜਿਹੜੇ ਬਿਮਾਰੀ ਜਿਹੜੀ ਵੀ ਡ੍ਰੌਪਲੈਟ ਇਨਫੈਕਸ਼ਨ ਕਿਸੇ ਤਰ੍ਹਾਂ ਦੀ ਵੀ ਹੈ ਉਹ ਤੋਂ ਬਚਣ ਵਾਸਤੇ ਇਹ ਤਰੀਕਾਕਾਰ ਇੱਕ ਗੋਲਡ ਸਟੈਂਡਰਡ ਆਪਾਂ ਨੂੰ ਮੇਨਟੇਨ ਕਰਨੇ ਪੈਣਗੇ। ਸਰ ਬਹੁਤ ਸਾਰੇ ਬੱਚੇ ਜਿਹੜੇ ਕੋਵਿਡ ਇਨਫੈਕਟਡ ਹੋ ਚੁੱਕੇ ਨੇ ਪਰ ਬੱਚਿਆਂ ਨੂੰ ਵੈਕਸੀਨ ਹਜੇ ਨਹੀਂ ਲੱਗੇਗੀ, ਤਾਂ ਉਹ ਬੱਚੇ ਜਿਹੜੇ ਆ ਉਹਨਾਂ ਦੇ ਪੇਰੈਂਟਸ ਦੇ ਲਈ ਕੋਈ ਸੁਜੈਸ਼ਨਸ ਦਊਂਗੇ ਕਿ ਕਿਵੇਂ ਉਹਨਾਂ ਬੱਚਿਆਂ ਦਾ ਖਿਆਲ ਰੱਖਿਆ ਜਾਏਗਾ? ਬੱਚਿਆਂ ਦੇ ਵਿੱਚ ਵੈਕਸੀਨੇਸ਼ਨ ਨਹੀਂ ਹੋ ਰਹੀ, 18 ਸਾਲ ਤੋਂ ਥੱਲੇ ਉਮਰ ਦੇ ਵਿੱਚ ਅਸੀਂ ਹਾਲੇ ਵੈਕਸੀਨੇਸ਼ਨ ਐਡਵਾਈਜ਼ੇਬਲ ਨਹੀਂ ਹੈ। ਉਹਦਾ ਕਾਰਨ ਇਹ ਹੈ ਵੀ ਹਾਲੇ ਉਸ ਗਰੁੱਪ ਦੇ ਵਿੱਚ ਵਾਈਡ ਜਿਹੜੀ ਟੈਸਟਿੰਗ ਨਹੀਂ ਹੋਈ। ਬੱਚਿਆਂ ਨੂੰ ਅਸੀਂ ਐਜੂਕੇਟ ਹੀ ਕਰਨਾ ਹੈ, ਜਨਰਲ ਪ੍ਰੀਕਾਸ਼ਨ ਜਿਹੜੀਆਂ ਲੈਣੀਆਂ ਉਹਨਾਂ ਨੂੰ ਦੱਸਣੀਆਂ। ਬਾਕੀ ਕੁਦਰਤੀ ਤੌਰ 'ਤੇ ਬਹੁਤ ਛੋਟੇ ਬੱਚਿਆਂ ਦੀ ਗੱਲ ਤਾਂ ਮੈਂ ਨਹੀਂ ਕਰਾਂਗਾ, ਲੇਕਿਨ ਯੰਗਸਟਰਸ ਜਿਹੜੇ ਹੈ ਉਹਨਾਂ ਵਿੱਚ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਪਰ ਜਿਹੜੇ ਸਾਡਾ ਪ੍ਰੀਕਾਸ਼ਨਸ ਹੈ, ਜੇ ਕੋਈ ਸਫ਼ਰ ਕਰਦਾ ਜਿਸ ਟੈਸਟ ਵਿੱਚ ਵੀ, ਜੇ ਹੁਣ ਅਸੀਂ ਸਕੂਲਾਂ 'ਚ ਸੈਂਪਲਿੰਗ ਕਰ ਰਹੇ ਹਾਂ, ਕੋਈ ਬੱਚਾ ਪੋਜ਼ੀਟਿਵ ਆਉਂਦਾ ਤਾਂ ਉਹਨੂੰ ਉਸੇ ਤਰ੍ਹਾਂ ਆਈਸੋਲੇਸ਼ਨ ਅਸੀਂ ਕਰਨੀ ਹੈ। ਘਰ ਦੇ ਵਿੱਚ ਉਹਨੂੰ ਇੱਕ ਵੱਖਰੀ ਥਾਂ 'ਤੇ ਰੱਖਣਾ, ਉਹਦੇ ਬਰਤਨ ਭਾਂਡੇ ਜਾਂ ਉਹਦਾ ਵਾਸ਼ਰੂਮ ਜਿਹੜਾ ਉਹ ਅਲੱਗ ਜੇ ਹੈ ਅਵੇਲੇਬਲ ਹੈ ਅਤੇ ਉੱਥੇ ਰੱਖਣਾ। ਪਲੱਸ ਜਿਹੜੇ ਕਾਮਨ ਚੀਜ਼ਾਂ ਥਾਵਾਂ ਨੇ ਜਿੱਥੇ ਬਾਰ-ਬਾਰ ਹੱਥ ਲੱਗਣ ਦੇ ਚਾਂਸਿਸ ਹੈ ਉਹਨਾਂ ਨੂੰ ਸੈਨੀਟਾਈਜ਼ ਜ਼ਰੂਰ ਆਪਾਂ ਕਰਦੇ ਰਹੀਏ। ਉਹ ਸਾਬਣ ਵਾਲੇ ਪਾਣੀ ਨਾਲ ਵੀ ਕਰ ਸਕਦੇ ਹਾਂ ਤੋ ਜਾਂ ਸੈਨੀਟਾਈਜ਼ਰ ਘਰ ਦੇ ਵਿੱਚ ਅਸੀਂ ਕੋਈ ਯੂਜ਼ ਕਰਦੇ ਹਾਂ ਉਹਦੇ ਨਾਲ ਵੀ ਅਸੀਂ ਕੋਈ ਅਲਕੋਹਲ ਬੇਸਡ ਸੈਨੀਟਾਈਜ਼ਰ ਦੇ ਨਾਲ ਵੀ ਅਸੀਂ ਉਹ ਕਾਮਨ ਪਲੇਸਿਸ, ਡੋਰ ਨੋਬਸ ਹੋ ਗਏ, ਵਾਸ਼ਰੂਮ ਦੇ ਵਿੱਚ ਟੂਟੀਆਂ ਉਹਨਾਂ ਦੀ ਨੋਬਸ ਹੋ ਗਏ ਜਾਂ ਉਹਨਾਂ ਦੇ ਹੈਂਡਲ ਹੋ ਗਏ, ਇਹਨਾਂ ਕਾਮਨ ਚੀਜ਼ਾਂ ਨੂੰ ਅਸੀਂ ਸਾਫ਼ ਕਰੀਏ ਤਾਂ ਕਿ ਜੇ ਬੱਚਾ ਪੋਜ਼ੀਟਿਵ ਆਇਆ ਉਹਨੇ ਕਿਤੇ ਬਾਹਰੋਂ ਇਹ ਬਿਮਾਰੀ ਕੰਟੈਕਟ ਕੀਤੀ ਹੈ ਤਾਂ ਘਰ ਦੇ ਵਿੱਚ ਬਾਕੀ ਜੀਅ ਜਿਹੜੇ ਹੈ ਉਹ ਉਸ ਤੋਂ ਬਚ ਸਕਣ। ਪਰਹੇਜ਼ ਸਾਰਿਆਂ ਨੇ ਕਰਨਾ ਹੈ, ਜਿਹੜੇ ਘਰ ਦੇ ਬਾਕੀ ਜੀਅ ਵੀ ਹੈ। ਜੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਤਾਂ ਉਹਨਾਂ ਨੂੰ ਜ਼ਿਆਦਾ ਬਚਾਅ ਰੱਖਣ ਦੀ ਉਹਨਾਂ ਦੀ ਲੋੜ ਹੈ। ਉਹਨਾਂ ਨੂੰ ਕਿਉਂਕਿ ਉਹਨਾਂ 'ਚ ਇਮਿਊਨਿਟੀ ਕੁਦਰਤੀ ਤੌਰ 'ਤੇ ਘੱਟ ਜਾਂਦੀ ਹੈ ਉਮਰ ਵਧਣ ਦੇ ਨਾਲ, ਉਹਨਾਂ ਨੂੰ ਜ਼ਰੂਰ ਉਹਨਾਂ ਬੱਚਿਆਂ ਤੋਂ ਆਈਸੋਲੇਟ ਵੱਖਰਿਆਂ ਰੱਖੋ। ਘੱਟੋ ਘੱਟ ਜਿਹੜਾ ਮਰੀਜ਼ ਪੋਜ਼ੀਟਿਵ ਆ ਜਾਂਦਾ ਬੱਚਾ ਜਾਂ ਸਿਆਣਾ ਹੈ, ਅਸੀਂ 17 ਦਿਨ ਉਹਨੂੰ ਸਲਾਹ ਦਿੰਦੇ ਹਾਂ ਕਿ ਘਰ ਦੇ ਅੰਦਰ ਹੀ ਰਹੇ, ਬਾਹਰ ਕਮਿਊਨਿਟੀ ਦੇ ਵਿੱਚ ਮਿਕਸਅਪ ਨਾ ਹੋਵੇ। ਅਤੇ ਅਸੀਂ ਇਹ ਸੋਚਦੇ ਹਾਂ ਵੀ 17 ਦਿਨਾਂ ਦੇ ਵਿੱਚ ਜੇ ਇਨਫੈਕਟਡ ਸੀ ਬੱਚਾ ਜਾਂ ਕੋਈ ਵੀ ਮਰੀਜ਼, ਉਹ 17 ਦਿਨਾਂ ਤੋਂ ਬਾਅਦ ਕਿਸੇ ਹੋਰ ਨੂੰ ਇਨਫੈਕਸ਼ਨ ਨਹੀਂ ਦੇਵੇਗਾ। ਇਹਦੇ ਵਾਸਤੇ ਦੁਬਾਰਾ ਟੈਸਟ ਕਰਾਉਣ ਦੀ ਬਿਲਕੁਲ ਲੋੜ ਨਹੀਂ ਪੈਂਦੀ, ਨਾ ਹੀ ਅਸੀਂ ਐਡਵਾਈਜ਼ ਕਰਦੇ ਹਾਂ। ਇੱਕ ਵਾਰ ਜਦੋਂ ਪੋਜ਼ੀਟਿਵ ਆ ਗਿਆ ਤਾਂ ਇਹ ਨਹੀਂ ਅਸੀਂ ਵੀ ਜਦ ਤੱਕ ਦੁਬਾਰਾ ਨੈਗੇਟਿਵ ਨਹੀਂ ਆ ਜਾਂਦਾ ਤਦ ਤੱਕ ਅਸੀਂ ਉਹਨੂੰ ਇਹੀ ਸਮਝੀਏ ਕਿ ਵੀ ਇਹ ਹਾਲੇ ਠੀਕ ਨਹੀਂ ਹੋਇਆ, ਵੀ ਇਹ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਉਸ ਤੋਂ ਬਾਅਦ ਫਾਲਸ ਪੋਜ਼ੀਟਿਵ ਆ ਸਕਦਾ ਕਈ ਵਾਰ, ਲੇਕਿਨ
ਜੋ ਹੁਣ ਤੱਕ ਸਟੱਡੀਜ਼ ਹੋਈਆਂ ਅਸੀਂ 17 ਦਿਨ ਦਾ ਸਮਾਂ ਇਸੇ ਕਰਕੇ ਦਿੰਦੇ ਹਾਂ ਵੀ 17 ਦਿਨਾਂ ਬਾਅਦ ਪਹਿਲੇ 10 ਦਿਨ ਤਾਂ ਬਿਲਕੁਲ ਸਟ੍ਰਿਕਟ ਆਈਸੋਲੇਸ਼ਨ, ਉਸ ਤੋਂ ਬਾਅਦ ਹਫਤਾ ਫਿਰ ਉਹਨੇ ਮੂਵ ਨਹੀਂ ਕਰਨਾ। ਤੇ ਅਸੀਂ ਇਹੀ ਇਸ ਤੋਂ ਮਤਲਬ ਕੱਢਦੇ ਹਾਂ ਵੀ ਹਫਤੇ ਬਾਅਦ 17 ਦਿਨਾਂ ਬਾਅਦ ਉਹ ਕਿਸੇ ਹੋਰ ਨੂੰ ਇਨਫੈਕਸ਼ਨ ਦੇਣ ਦੇ ਕਾਬਿਲ ਨਹੀਂ ਰਹੇਗਾ ਜਾਂ ਨਹੀਂ ਇਨਫੈਕਟਿਵ ਰਹੇਗਾ। ਜੀ, ਆਪਣੇ ਕੀਮਤੀ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਕਰੋਨਾ ਦੇ ਵੱਧਦੇ ਹੋਏ ਮਾਮਲਿਆਂ ਦੇ ਬਾਬਤ ਅਸੀਂ ਗੱਲਬਾਤ ਕੀਤੀ ਹੈ ਡਾਕਟਰ TP ਸਿੰਘ ਹੋਣਾ ਦੇ ਨਾਲ, ਜੋ ਕਿ ਨੋਡਲ ਅਫਸਰ ਨੇ। ਸੋ ਇਹਨਾਂ ਨੇ ਵੀ ਦੱਸਿਆ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਕਰੋਨਾ ਦੇ ਜਿਹੜੇ ਮਾਮਲੇ ਨੇ ਉਹ ਵੱਧ ਰਹੇ ਨੇ। ਸੋ ਜੋ ਗਾਈਡਲਾਈਨਸ ਨੇ, ਜੋ ਇਹਨਾਂ ਵੱਲੋਂ ਪ੍ਰੀਕਾਸ਼ਨਸ ਜਿਹੜੀਆਂ ਦੱਸੀਆਂ ਗਈਆਂ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਜਿਹੜਾ ਸਾਨੂੰ ਬਣਾਉਣਾ ਪਏਗਾ, ਕਿਉਂਕਿ ਕੋਵਿਡ-19 ਤੋਂ ਪ੍ਰੀਕਾਸ਼ਨ ਵੀ ਲੈਣੀ ਪਏਗੀ ਤੇ ਵੈਕਸੀਨ ਵੀ ਨਾਲ ਨਾਲ ਜ਼ਰੂਰੀ ਹੈ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਤੇ ਆਪ ਵੀ ਸੁਰੱਖਿਅਤ ਰਹੋ। ਸੋ ਰੋਜ਼ਾਨਾ ਦੀਆਂ ਖਬਰਾਂ ਦੀ ਅਪਡੇਟਸ ਲਈ ਬਣੇ ਰਹੋ ਪੰਜਾਬੀ ਬੁਲੇਟਿਨ ਦੇ ਨਾਲ। ਕੈਮਰਾਮੈਨ ਵਿਜੇ ਦੇ ਨਾਲ ਮਨਪ੍ਰੀਤ ਕੌਰ, ਜਲੰਧਰ।